ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਅੱਜ ਦੇ ਅਧਿਆਇ 6ਵਾਂ ਅਧਿਆਇ ਅਸੀਂ ਪੜਾਂਗੇ। ਪ੍ਰਭੂ ਯਿਸੂ ਪਾਪੀਆਂ ਲਈ ਆਇਆ। ਸੰਤ ਯੋਹਨਾ ਦੀ ਅੰਜੀਲ ਉਸ ਦਾ 3 ਬਾਬ ਦੇ 16ਵਾਂ ਆਇਤ ਦੇ ਵਿੱਚ ਅਸੀਂ ਵੇਖਦੇ ਹਾਂ, ਖੁਦਾ ਇਸ ਸੰਸਾਰ ਨੂੰ ਇੰਨੇ ਕਿ ਪਿਆਰ ਕੀਤਾ ਕਿ ਉਹ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਉੱਤੇ ਘੱਲਿਆ ਤਾਂ ਜੋ ਅਸੀਂ ਸਾਰੇ ਉਹਨਾਂ ਤੇ ਵਿਸ਼ਵਾਸ ਕਰੇ, ਕਦੇ ਨਾਸ਼ ਨਾ ਹੋ ਜਾਵੇ, ਸਗੋਂ ਅਨੰਤ ਜੀਵਨ ਪਾਵੇ। ਦੇਖੋ, ਖੁਦਾ ਬਾਪ ਦੀ ਮਰਜ਼ੀ ਇਹੀ ਸੀ, ਗੁਨਾਹਗਾਰ ਇਨਸਾਨ ਨੂੰ ਉਹਨਾਂ ਦੇ ਗੁਨਾਹ ਤੋਂ ਬਚਾਉਣ ਲਈ ਆਪਣੇ ਇਕਲੌਤੇ ਪੁੱਤਰ ਨੂੰ ਘੱਲਣਾ। ਉਹਨਾਂ ਸਾਰੇ ਭਵਿੱਖਬਾਣੀਆਂ ਦੇ ਬਾਰੇ ਅਸੀਂ ਪਿਛਲੇ ਅਧਿਆਇ ਦੇ ਵਿੱਚ ਪੜ੍ਹਿਆ ਸੀ, ਪਹਿਲੇ ਅਧਿਆਇ ਦੇ ਵਿੱਚ ਅਸੀਂ ਪੜ੍ਹਿਆ ਸੀ। ਉਹਨਾਂ ਸਾਰੇ ਭਵਿੱਖਬਾਣੀਆਂ ਕਰਨ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਉਹਨਾਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਇਸ ਧਰਤੀ ਉੱਤੇ ਇੱਕ ਮਨੁੱਖ ਦਾ ਰੂਪ ਧਾਰ ਲਿਆ। ਅਸੀਂ ਵੇਖਦੇ ਹਾਂ ਸੰਤ ਯੋਹਨਾ ਦੀ ਅੰਜੀਲ ਦੇ ਪਹਿਲਾ ਬਾਬ ਦੇ 14ਵਾਂ ਆਇਤ ਦੇ ਵਿੱਚ, ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਡੇਰਾ ਲਾਇਆ। ਜੋ ਸ਼ਬਦ ਦੇਹਧਾਰੀ ਹੋ ਕੇ ਇੱਕ ਦੇਹ ਧਾਰ ਲਿਆ, ਇੱਕ ਸਰੀਰ ਸਵੀਕਾਰ ਲਿਆ ਅਤੇ ਉਹ ਸਵੀਕਾਰ ਕਰਕੇ ਪ੍ਰਭੂ ਯਿਸੂ ਮਸੀਹ ਸਾਡੇ ਵਿਚਕਾਰ ਡੇਰਾ ਲਾਇਆ ਤਾਂ ਕਿ ਅਸੀਂ ਸਾਰਿਆਂ ਨੂੰ ਸਾਡੇ ਗੁਨਾਹ ਤੋਂ ਬਚਾ ਸਕੇ। ਤੇ ਉਹੀ ਪ੍ਰਭੂ ਯਿਸੂ ਮਸੀਹ ਇਨਸਾਨ ਦੇ ਹਰ ਇੱਕ ਗੁਨਾਹ ਤੋਂ ਬਚਾਇਆ, ਉਹਨਾਂ ਦੇ ਦੁੱਖ ਭੋਗ ਦੇ ਰਾਹੀਂ, ਉਹਨਾਂ ਦੇ ਮੌਤ ਦੇ ਰਾਹੀਂ ਅਤੇ ਉਹਨਾਂ ਦੇ ਫਿਰ ਜੀ ਉੱਠਣ ਦੇ ਰਾਹੀਂ। ਪਾਸਕਾ ਦੇ ਭੇਦ ਇਹੀ ਹੈ। ਇਹਨਾਂ ਭੇਦਾਂ ਨੂੰ ਅਸੀਂ ਜਾਣਦੇ ਹੋਏ, ਪ੍ਰਭੂ ਯਿਸੂ ਮਸੀਹ ਦੇ ਇਸ ਧਰਤੀ ਉੱਤੇ ਆਉਣ ਦਾ ਮਕਸਦ ਨੂੰ ਜਾਣਦੇ ਹੋਏ ਅੱਜ ਦਾ ਇਸ ਅਧਿਆਇ ਨੂੰ ਅਸੀਂ ਸ਼ੁਰੂ ਕਰਾਂਗੇ, ਪੜਾਂਗੇ। ਅੱਜ ਦਾ ਅਧਿਆਇ ਖਾਸ ਕਰਕੇ 5 ਟੌਪਿਕ ਦੇ ਵਿੱਚ ਵੰਡਿਆ ਗਿਆ ਹੈ। ਇਹਨਾਂ ਦਾ 5 ਅਲੱਗ-ਅਲੱਗ ਹਿੱਸਾ ਹੈ। ਸੋ ਪਹਿਲੇ ਹਿੱਸਾ ਦੇ ਵਿੱਚ ਪਹਿਲੇ ਟੌਪਿਕ ਅਸੀਂ ਪੜਾਂਗੇ ਉਜਾੜ ਪੁੱਤਰ ਦੀ ਤਮਸੀਲ। ਦੂਸਰਾ ਹੈ ਗੁਆਚੀ ਭੇਡ ਦੀ ਤਮਸੀਲ। ਤੀਸਰਾ ਹੈ ਗੁਆਚੇ ਸਿੱਕੇ ਦੀ ਤਮਸੀਲ। ਚੌਥਾ ਹੈ ਪਾਪਣ ਔਰਤ ਨੂੰ ਮਾਫ ਕੀਤਾ ਜਾਣਾ। ਤੇ ਪੰਜਵਾਂ ਹੈ ਵਿਭਚਾਰ ਕਰਦੀ ਫੜੀ ਗਈ ਔਰਤ। ਸੋ ਇਨ 5 ਟੌਪਿਕ ਦੇ ਬਾਰੇ ਜੋ ਅਸੀਂ ਪਵਿੱਤਰ ਅੰਜੀਲ ਦੇ ਵਿੱਚ ਪੜ੍ਹਦੇ ਹਾਂ, ਇਹਨਾਂ ਸਾਰੇ ਜੋ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਇਹਨਾਂ ਦੇ ਬਾਰੇ ਅੱਜ ਦਾ ਦਿਨ ਅਸੀਂ ਪੜਾਂਗੇ। ਹੋਰ ਵੀ ਗਹਿਰਾਈ ਦੇ ਵਿੱਚ ਇਹ ਸਾਡੇ ਲਈ ਕਿਹੜਾ ਸੰਦੇਸ਼ ਦਿੰਦਾ ਹੈ ਅਤੇ ਇਹਦੇ ਵਿੱਚੋਂ ਤਾਲੀਮ ਸਾਨੂੰ ਕੀ ਮਿਲਦੀ ਹੈ, ਇਹਨਾਂ ਸਾਰੇ ਗੱਲਾਂ ਦੇ ਬਾਰੇ ਅੱਜ ਅਸੀਂ ਪੜਾਂਗੇ ਤੇ ਸਿੱਖਾਂਗੇ। ਸਭ ਤੋਂ ਪਹਿਲਾ ਟੌਪਿਕ ਅਸੀਂ ਵੇਖੀਏ ਉਜਾੜ ਪੁੱਤਰ ਦੀ ਤਮਸੀਲ। ਉਜਾੜ ਪੁੱਤਰ ਦੀ ਤਮਸੀਲ ਤੁਸੀਂ ਕਈ ਵਾਰੀ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਿਆ। ਕਿਤਾਬ ਦੇ ਵਿੱਚ ਇਹ ਲਿਖਿਆ ਨਹੀਂ ਕਿਹੜੇ ਅੰਜੀਲ ਦੇ ਵਿੱਚ ਕਿੱਥੇ ਹੈ।
ਇਹਦੇ ਵਿੱਚ ਲਿਖਿਆ ਹੈ ਸੰਤ ਲੂਕਾ ਦੀ ਅੰਜੀਲ ਉਸ ਦਾ 15 ਬਾਬ ਦੇ 11 ਆਇਤ ਤੋਂ 32 ਆਇਤ ਤੱਕ, ਜਿੱਥੇ ਉਜਾੜ ਪੁੱਤਰ ਦੇ ਤਮਸੀਲ ਦੇ ਬਾਰੇ ਲਿਖਿਆ ਹੈ। ਉਜਾੜ ਪੁੱਤਰ ਦੀ ਤਮਸੀਲ ਤੁਹਾਨੂੰ ਪਤਾ ਹੈ, ਇੱਕ ਪਿਤਾ ਦੇ 2 ਬੱਚੇ ਸਨ, 2 ਲੜਕੇ ਸਨ। ਉਹਨਾਂ ਦੇ ਵਿੱਚ ਛੋਟੇ ਨੇ ਆਪਣੇ ਪਿਤਾ ਕੋਲ ਜਾ ਕੇ ਉਹਨਾਂ ਦੀ ਜਾਇਦਾਦ ਮੰਗਿਆ ਅਤੇ ਉਹ ਸਭ ਕੁਝ ਲੈ ਕੇ ਦੂਰ ਦੇਸ਼ ਦੇ ਵਿੱਚ ਚਲੇ ਜਾਂਦਾ ਹੈ ਅਤੇ ਦੂਰ ਦੇਸ਼ ਦੇ ਵਿੱਚ ਜਾ ਕੇ ਸਭ ਕੁਝ ਖਰਚ ਕਰਕੇ, ਜੋ ਵੀ ਉਹਨਾਂ ਕੋਲ ਧਨ ਦੌਲਤ ਸੀ ਸਭ ਕੁਝ ਖਰਚ ਕਰਕੇ ਵਿਚਾਰਿਆਂ ਦੇ ਨਾਲ, ਹਰ ਇੱਕ ਲੋਕਾਂ ਦੇ ਨਾਲ, ਉਹਨਾਂ ਦੇ ਦੋਸਤ ਮਾੜੇ ਦੋਸਤਾਂ ਦੇ ਨਾਲ ਮਿਲ ਕੇ ਖਰਚ ਕਰਕੇ ਬਰਬਾਦ ਕਰਕੇ ਫਿਰ ਉਹ ਇੱਕ ਆਦਮੀ ਕੋਲ ਜਾ ਕੇ ਘੱਟੋ ਘੱਟ ਖਾਣ ਨੂੰ ਵੀ ਕੁਝ ਮੰਗਦਾ ਹੈ ਅਤੇ ਉਹਨਾਂ ਨੂੰ ਸੂਰ ਦੀ ਚਰਾ ਕਰਨ ਲਈ ਘੱਲ ਦਿੰਦਾ ਹੈ। ਤੇ ਆਖਰ ਵਿੱਚ ਇਹ ਸੋਚਦਾ ਹੈ ਕਿ ਮੇਰੇ ਪਾਪਾ ਦੇ, ਮੇਰੇ ਪਿਤਾ ਦੇ ਜੋ ਸੇਵਾਦਾਰ ਹਨ ਉਹ ਵੀ ਬੜੇ ਖੁਸ਼ ਹੈ, ਲੇਕਿਨ ਮੈਂ ਇੱਕ ਉਹਨਾਂ ਦੇ ਬੇਟਾ ਹੋਣ ਦੇ ਬਾਵਜੂਦ ਵੀ ਮੈਨੂੰ ਕੁਝ ਨਹੀਂ ਮਿਲਦਾ। ਤੇ ਉਹਨਾਂ ਦੀ ਜੋ ਸੋਚ ਹੈ ਉਹ ਬਦਲ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਕੋਲ ਜਾਣ ਦੇ ਬਾਰੇ ਸੋਚਦਾ ਹੈ ਅਤੇ ਉਹ ਚਲੇ ਜਾਂਦਾ ਹੈ। ਪਿਤਾ ਉਹਨਾਂ ਨੂੰ ਵੇਖਦੇ ਹੋਏ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਜੱਫੀ ਦੇ ਵਿੱਚ ਲੈ ਕੇ ਉਹਨਾਂ ਨੂੰ ਪਿਆਰ ਕਰਦਾ ਹੈ, ਚੁੰਮਦਾ ਹੈ। ਅਤੇ ਉਸ ਤੋਂ ਬਾਅਦ ਅਸੀਂ ਵੇਖਾਂਗੇ ਉਹਨਾਂ ਦੇ ਭਰਾ, ਵੱਡਾ ਭਰਾ ਖੇਤ ਚੋਂ ਵਾਪਸ ਆਉਣ ਦੇ ਸਮਾਂ ਇਹ ਸਭ ਕੁਝ ਉਹਨਾਂ ਦੀ ਖੁਸ਼ੀਆਂ, ਉਹਨਾਂ ਦੇ ਭਰਾ ਵਾਪਸ ਆਉਣ ਦੀ ਖੁਸ਼ੀਆਂ ਦੇਖਦਾ ਹੈ, ਉਹਨਾਂ ਦੇ ਵਿੱਚ ਥੋੜਾ ਈਰਖਾ ਆ ਜਾਂਦਾ ਹੈ। ਸੋ ਇਸ ਤਮਸੀਲ ਨੂੰ ਮੈਂ ਇਸ ਤਰ੍ਹਾਂ ਛੋਟਾ ਕਰਕੇ ਤੁਹਾਨੂੰ ਸਮਝਾਇਆ। ਇਹ ਤਮਸੀਲ ਹੁਣ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਨੂੰ ਕਿਹੜੀ ਸਿੱਖਿਆ ਦਿੰਦਾ ਹੈ? ਪ੍ਰਭੂ ਯਿਸੂ ਮਸੀਹ ਵੱਲੋਂ ਵੀ ਸਾਨੂੰ ਇੱਕ ਸੰਦੇਸ਼ ਮਿਲਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਮੇਰਾ ਵੀ ਤੁਹਾਡਾ ਵੀ ਗੁਨਾਹ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਇਆ। ਇਹ ਤੁਸੀਂ ਮੰਨਦੇ ਹੋ ਅਤੇ ਤੁਸੀਂ ਵਿਸ਼ਵਾਸ ਕਰਦੇ ਹੋ। ਅਤੇ ਉਹੀ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਤੋਂ ਸਾਨੂੰ ਮਾਫੀ ਦੇਣ ਲਈ ਕੀ ਕੀਤਾ? ਉਹਨਾਂ ਨੇ ਸਲੀਬ ਚੁੱਕ ਕੇ ਉਹੀ ਸਲੀਬ ਦੇ ਉੱਤੇ ਆਪਣਾ ਜਾਨ ਕੁਰਬਾਨ ਕਰ ਦਿੱਤਾ ਅਤੇ ਉਸ ਜਾਨ ਕੁਰਬਾਨ ਕਰਨ ਤੋਂ ਬਾਅਦ, ਮੌਤ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਤੀਜੇ ਦਿਨ ਫਿਰ ਜੀ ਉੱਠਦਾ ਹੈ। ਇਹ ਸੱਚਾਈ ਅਤੇ ਇਸ ਸੱਚਾਈ ਨੂੰ ਅਸੀਂ ਜਾਣਦੇ ਹਾਂ ਅਤੇ ਪ੍ਰਭੂ ਯਿਸੂ ਮਸੀਹ ਸਾਨੂੰ ਸਾਡੇ ਗੁਨਾਹ ਤੋਂ ਰਿਹਾਈ ਇਸ ਤਰ੍ਹਾਂ ਦਿੱਤੇ ਅਤੇ ਪ੍ਰਭੂ ਯਿਸੂ ਮਸੀਹ ਉਸ ਉਜਾੜ ਪੁੱਤਰ ਦੇ ਤਮਸੀਲ ਦੇ ਰਾਹੀਂ ਇਹੀ ਸਾਨੂੰ ਕਹਿੰਦਾ ਹੈ, ਸਾਡੇ ਪਿਤਾ, ਸਾਡੇ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦਇਆਲੂ ਹੈ। ਉਹ ਸਾਨੂੰ ਮਾਫੀ ਬਖਸ਼ਦਾ ਹੈ। ਜੋ ਵੀ ਗੁਨਾਹ ਅਸੀਂ ਕਰਦੇ ਹਾਂ, ਜੋ ਵੀ ਗਲਤੀਆਂ ਅਸੀਂ ਕਰਦੇ ਹਾਂ ਜਾਂ ਕੋਈ ਗਲਤ ਰਸਤੇ ਦੇ ਵਿੱਚ ਅਸੀਂ ਜਾਂਦੇ ਹਾਂ, ਫਿਰ ਵੀ ਸਾਡੇ ਪ੍ਰਭੂ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਨਵਾਂ ਜੀਵਨ ਦਿੰਦਾ ਹੈ। ਲੇਕਿਨ ਪਿਆਰੇ ਬੱਚਿਓ, ਇੱਕ ਸੱਚਾਈ ਨੂੰ ਮੰਨਣਾ ਵੀ ਚਾਹੀਦਾ ਹੈ ਕਿ ਪ੍ਰਭੂ ਯਿਸੂ ਦੀ ਮਾਫੀ ਸਾਨੂੰ ਗੁਨਾਹ ਕਰਨ ਦਾ ਇੱਕ ਲਾਇਸੈਂਸ ਨਹੀਂ ਹੈ। ਸੋ ਪਿਆਰੇ ਬੱਚਿਓ, ਇਸ ਤਮਸੀਲ ਦੇ ਰਾਹੀਂ ਇਹ ਸਿੱਖਿਆ ਸਾਨੂੰ ਮਿਲਦੀ ਹੈ ਕਿ ਪ੍ਰਭੂ ਯਿਸੂ ਮਸੀਹ ਦਇਆਵਾਨ ਖੁਦਾ ਹੈ ਅਤੇ ਉਹਨਾਂ ਦੀ ਦਇਆ ਨੂੰ ਅਪਣਾਉਣ ਲਈ ਅਸੀਂ ਉਹਨਾਂ ਕੋਲ ਪਛਤਾ ਕੇ ਵਾਪਸ ਜਾਣਾ ਹੈ। ਤੌਬਾ ਕਰਕੇ, ਸੱਚਾ ਤੌਬਾ ਦੇ ਨਾਲ ਪ੍ਰਭੂ ਯਿਸੂ ਕੋਲ ਵਾਪਸ ਜਾਣਾ, ਇਹ ਪਹਿਲੀ ਸਿੱਖਿਆ ਹੈ। ਸੋ ਉਹਨਾਂ ਦੇ ਮਾਫੀ ਨੂੰ ਸਹੀ ਢੰਗ ਨਾਲ ਜਾਣੀਏ ਅਤੇ ਮਾਫੀ ਸਵੀਕਾਰ ਕਰਕੇ ਮਾਫੀ ਦੇ ਨਾਲ ਹੁਣ ਅੱਗੇ ਵਧੀਏ। ਸਾਡੇ ਸਮਾਜ ਦੇ ਵਿੱਚ ਵੀ, ਖਾਸ ਕਰਕੇ ਸਾਡੇ ਕੈਥੋਲਿਕ ਚਰਚ ਦੇ ਵਿੱਚ ਵੀ ਬਹੁਤ ਸਾਰੇ ਸੰਤਾਂ ਸੰਤਨੀਆਂ ਹਨ ਕਿ ਜੋ ਵੀ ਉਹਨਾਂ ਦੇ ਇੱਕ ਦੂਸਰੇ ਨੂੰ ਮਾਫ ਕਰਕੇ ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲਿਆ। ਤੇ ਅੱਜ ਦਾ ਦਿਨ ਸਾਡੇ ਸਾਹਮਣੇ ਹੈ। ਸਿਸਟਰ ਰਾਣੀ ਮਰੀਆ ਹੈ, ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ, ਇੱਕ ਸ਼ਹੀਦ ਬਣ ਗਈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲਈ ਸਮਰਪਿਤ ਕੀਤੀ। ਉਹੀ ਸਿਸਟਰ ਜੀ ਦੇ ਮਾਂ ਬਾਪ ਨੇ, ਜਿਨ੍ਹਾਂ ਨੇ ਇਸ ਸਿਸਟਰ ਜੀ ਦਾ ਕਤਲ ਕੀਤਾ, ਉਹਨਾਂ ਨੂੰ ਮਾਫ ਕਰ ਦਿੱਤਾ ਹੈ। ਮਾਫ ਕਰਨ ਲਈ ਸਾਨੂੰ ਸਾਡੀ ਕੈਥੋਲਿਕ ਕਲੀਸਿਆ ਸਿਖਾਉਂਦੀ ਹੈ। ਪ੍ਰਭੂ ਯਿਸੂ ਮਸੀਹ ਸਭ ਤੋਂ ਪਹਿਲਾਂ ਸਾਨੂੰ ਸਿਖਾਇਆ ਤੇ ਉਸ ਤੋਂ ਬਾਅਦ ਹੁਣ ਸਾਡੀ ਕੈਥੋਲਿਕ ਚਰਚ ਦੇ ਵਿੱਚ ਜੋ ਸਿੱਖਿਆ ਸਾਨੂੰ ਮਿਲਦੀ ਹੈ, ਉਸ ਸਿੱਖਿਆ ਦੇ ਰਾਹੀਂ ਅੱਜ ਅੱਗੇ ਇਹੀ ਵਿਸ਼ਵਾਸ ਦੇ ਨਾਲ ਜਾਣ ਲਈ ਸਾਨੂੰ ਕਹਿੰਦਾ ਹੈ ਕਿ ਇੱਕ ਦੂਸਰੇ ਨੂੰ ਮਾਫ ਕਰੋ। ਮਾਫ ਕਰਨਾ ਜ਼ਰੂਰੀ ਹੈ। ਹੁਣ ਦੂਸਰੇ ਜੋ ਟੌਪਿਕ ਹੈ ਉਹਨਾਂ ਵੱਲ ਅਸੀਂ ਜਾਈਏ, ਗਵਾਚੀ ਭੇਡ ਦੀ ਤਮਸੀਲ। ਤੁਸੀਂ ਵੇਖ ਸਕਦੇ ਹੋ ਪਵਿੱਤਰ ਅੰਜੀਲ ਦੇ ਵਿੱਚ, ਸੰਤ ਲੂਕਾ ਦੀ ਅੰਜੀਲ ਉਸ ਦਾ 15 ਬਾਬ ਦੇ 1 ਆਇਤ ਤੋਂ 7 ਆਇਤ ਤੱਕ। ਇਸ ਦੇ ਵਿੱਚ ਅਸੀਂ ਵੇਖਾਂਗੇ ਇੱਕ ਗਵਾਚ ਗਈ ਭੇਡ ਨੂੰ ਲੱਭ ਕੇ ਉਸ ਚਰਵਾਹਾ ਜਾਂਦਾ ਹੈ।
ਉਹਨਾਂ ਕੋਲ 100 ਭੇਡਾਂ ਸੀ, ਉਹਨਾਂ ਦੇ ਵਿੱਚੋਂ 99 ਨੂੰ ਛੱਡ ਕੇ ਜੋ ਗਵਾਚ ਗਈਆਂ ਉਹਨਾਂ ਨੂੰ ਲੱਭ ਕੇ ਉਹ ਚਲੇ ਜਾਂਦਾ ਹੈ। ਦੇਖੋ ਖੁਦਾ ਦਾ ਪਿਆਰ ਕਿੰਨੇ ਕਿ ਮਹਾਨ ਹੈ। ਇਹ ਇੱਕ ਤਮਸੀਲ, ਇੱਕ ਰੂਪ ਕਥਾ ਹੈ, ਲੇਕਿਨ ਉਸ ਤੋਂ ਵੱਧ ਕੇ ਅਸੀਂ ਸੋਚਣਾ ਜ਼ਰੂਰੀ ਹੈ ਕਿ ਮੇਰਾ ਪ੍ਰਭੂ ਮੈਨੂੰ ਵੀ, ਮੇਰੇ ਗੁਨਾਹਾਂ ਨੂੰ ਵੀ ਮਾਫ ਕਰਕੇ ਮੈਨੂੰ ਨਵਾਂ ਜੀਵਨ ਦੇਣ ਲਈ ਕਿੰਨੇ ਕਿ ਤਿਆਰ ਹੈ। ਸਾਨੂੰ ਲੱਭ ਕੇ ਆ ਜਾਂਦਾ ਹੈ। ਮੇਰੇ ਬੇਟਾ ਜਾਂ ਮੇਰੀ ਬੇਟੀ ਕਿੱਥੇ ਗਵਾਚ ਗਈ ਜਾਂ ਗਵਾਚ ਗਈ, ਅਤੇ ਉਹਨਾਂ ਨੂੰ ਬਚਾਉਣ ਲਈ ਪ੍ਰਭੂ ਯਿਸੂ ਇਸ ਧਰਤੀ ਉੱਤੇ ਜਨਮ ਲਿਆ। ਸੋ ਪਿਆਰੇ ਬੱਚਿਓ, ਸਾਡੇ ਗੁਨਾਹ ਨੂੰ, ਮੇਰੇ ਗੁਨਾਹ ਨੂੰ, ਤੁਹਾਡੇ ਗੁਨਾਹ ਨੂੰ ਮਾਫ ਕਰਨ ਲਈ ਪ੍ਰਭੂ ਯਿਸੂ ਹਮੇਸ਼ਾ ਤਿਆਰ ਹੈ। ਸਾਨੂੰ ਸਾਡੇ ਪਿੱਛੇ ਆ ਜਾਂਦਾ ਹੈ। ਸਾਡੇ ਗੁਨਾਹ ਤੋਂ ਸਾਨੂੰ ਬਚਾਉਣ ਲਈ, ਸਾਡੇ ਗੁਨਾਹ ਨੂੰ ਉਹਨਾਂ ਦੇ ਮੋਢੇ ਤੇ ਰੱਖਣ ਲਈ ਪ੍ਰਭੂ ਯਿਸੂ ਮਸੀਹ ਸਾਡੇ ਪਿੱਛੇ ਆ ਜਾਂਦਾ ਹੈ। ਕਿੰਨੀ ਕਿ ਮਹਾਨ ਹੈ ਪ੍ਰਭੂ ਯਿਸੂ ਦਾ ਪਿਆਰ, ਪ੍ਰਭੂ ਯਿਸੂ ਦੀ ਮਾਫੀ ਕਿੰਨੀ ਕਿ ਮਹਾਨ ਹੈ, ਪ੍ਰਭੂ ਯਿਸੂ ਦੀ ਦਇਆ ਕਿੰਨੀ ਕਿ ਮਹਾਨ ਹੈ। ਅਸੀਂ ਉਸ ਨੂੰ ਜਾਣਨਾ ਜ਼ਰੂਰੀ ਹੈ। ਸੱਚਾ ਕੈਥੋਲਿਕ ਉਹੀ ਹੈ ਜੋ ਉਹਨਾਂ ਸਾਰੇ ਗੁਨਾਹਾਂ ਨੂੰ ਪ੍ਰਭੂ ਯਿਸੂ ਦੇ ਸਾਹਮਣੇ ਪੇਸ਼ ਕਰਦੇ ਹਨ ਅਤੇ ਇਤਰਾਫ ਦੇ ਸਾਕਰਮੈਂਟ ਦੇ ਰਾਹੀਂ ਸੱਚਾ ਤੌਬਾ ਕਰਕੇ ਉਹਨਾਂ ਕੋਲ ਚਲੇ ਜਾਂਦਾ ਹੈ। ਅਤੇ ਜਦੋਂ ਇਸ ਤਮਸੀਲ ਦੇ ਵਿੱਚ ਅਸੀਂ ਵੇਖਦੇ ਹਾਂ ਗਵਾਚੇ ਉਸ ਭੇਡ ਫਿਰ ਲੱਭ ਪੈਂਦਾ ਹੈ, ਉਸ ਸਮਾਂ ਉਹ ਆਪਣੇ ਦੋਸਤਾਂ ਦੇ ਨਾਲ, ਗੁਆਂਢੀਆਂ ਦੇ ਨਾਲ, ਮਿੱਤਰਾਂ ਦੇ ਨਾਲ, ਸਾਰਿਆਂ ਦੇ ਨਾਲ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ। ਹਾਂ ਪਿਆਰਿਓ, ਪ੍ਰਭੂ ਯਿਸੂ ਮਸੀਹ ਜਦੋਂ ਉਹਨਾਂ ਕੋਲ ਅਸੀਂ ਵਾਪਸ ਜਾਵਾਂਗੇ, ਉਸ ਸਮਾਂ ਉਹ ਖੁਸ਼ੀਆਂ ਮਨਾਉਂਦਾ ਹੈ। ਸਵਰਗ ਰਾਜ ਦੇ ਵਿੱਚ ਪਾਕ ਸੰਤਾਂ, ਸੰਤਨੀਆਂ, ਫਰਿਸ਼ਤਿਆਂ ਸਾਰੇ ਖੁਸ਼ੀਆਂ ਮਨਾਉਣਗੇ। ਸੋ ਉਸ ਖੁਸ਼ੀ ਨੂੰ ਸਵਰਗ ਰਾਜ ਦੇ ਵਿੱਚ ਅਸੀਂ ਵੀ ਅਨੁਭਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਗੁਨਾਹ ਦੇ ਉੱਤੇ ਸੱਚਾ ਤੌਬਾ ਕਰਨਾ ਜ਼ਰੂਰੀ ਹੈ। ਸੋ ਇਹ ਅਸੀਂ ਦੂਸਰੇ ਟੌਪਿਕ ਦੇ ਵਿੱਚ ਵੇਖਦੇ ਹਾਂ, ਪੜ੍ਹਦੇ ਹਾਂ। ਹੁਣ ਅਸੀਂ ਦੇਖਾਂਗੇ ਤੀਸਰਾ ਟੌਪਿਕ, ਗਵਾਚੇ ਸਿੱਕੇ ਦੀ ਤਮਸੀਲ। ਸੰਤ ਲੂਕਾ ਦੀ ਅੰਜੀਲ ਉਸ ਦਾ 15 ਬਾਬ ਦੇ 8 ਆਇਤ ਤੋਂ 10 ਆਇਤ ਤੱਕ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਗਵਾਚੀਆਂ ਹੋਈਆਂ ਪ੍ਰਤੀ ਕਿੰਨਾ ਫਿਕਰਮੰਦ ਕਰਦਾ ਹੈ, ਕਿੰਨੇ ਕੀ ਫਿਕਰਮੰਦ ਹੈ, ਕਿੰਨੇ ਕੀ ਫਿਕਰ ਕਰਦਾ ਹੈ ਗਵਾਚ ਗਏ ਹੋਏ ਨੂੰ ਫਿਰ ਵਾਪਸ ਲਿਆਉਣ ਲਈ। ਦੇਖੋ ਇਹ ਸਿੱਕੇ ਜੋ ਗਵਾਚ ਗਏ ਸੀ, ਉਸ ਸਿੱਕੇ ਨੂੰ ਫਿਰ ਲੱਭਣ ਲਈ ਤਮਸੀਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹ ਦੀਵਾ ਬਾਲ ਕੇ ਘਰ ਵਿੱਚ ਝਾੜੂ ਫੇਰ ਕੇ ਬੜੇ ਗਹੁ ਨਾਲ ਉਸ ਸਮੇਂ ਤੱਕ ਉਸ ਦੀ ਤਲਾਸ਼ ਨਹੀਂ ਕਰੇਗੀ ਜਦੋਂ ਤੱਕ ਉਹ ਉਸ ਨੂੰ ਲੱਭ ਨਹੀਂ ਪੈਂਦਾ। ਦੇਖੋ ਉਹ ਸਿੱਕਾ ਜਦ ਤੱਕ ਉਹ ਫਿਰ ਲੱਭ ਨਹੀਂ ਪੈਂਦਾ ਉਨੀ ਚਿਰ ਤੱਕ ਉਹ ਦੀਵਾ ਨਹੀਂ ਬੁਝਾਉਂਦੀ। ਉਹ ਤਲਾਸ਼ ਦੇ ਵਿੱਚ ਹੈ, ਉਹ ਤਲਾਸ਼ ਦੇ ਵਿੱਚ ਹੈ। ਸਾਡੇ ਪ੍ਰਭੂ ਯਿਸੂ ਮਸੀਹ ਵੀ ਹਮੇਸ਼ਾ ਤਲਾਸ਼ ਦੇ ਵਿੱਚ ਹੈ। ਮੇਰਾ ਬੇਟਾ ਕਿੱਥੇ ਗਵਾਚ ਗਿਆ ਜਾਂ ਮੇਰੀ ਬੇਟੀ ਕਿੱਥੇ ਗਵਾਚ ਗਈ, ਉਹਨਾਂ ਨੂੰ ਮੈਂ ਲੱਭ ਕੇ ਜਾਵਾਂਗਾ, ਉਹਨਾਂ ਨੂੰ ਮਾਫੀ ਦੇਣ ਲਈ ਮੈਂ ਚਾਹੁੰਦਾ ਹਾਂ। ਤੇ ਉਹੀ ਪ੍ਰਭੂ ਯਿਸੂ ਮਸੀਹ ਫਿਰ ਦੁਬਾਰਾ ਸਾਨੂੰ ਵਾਪਸ ਲਿਆਉਣ ਲਈ ਤੜਪਦਾ ਹੈ, ਫਿਕਰਮੰਦ ਹੈ ਪ੍ਰਭੂ ਯਿਸੂ ਮਸੀਹ ਵੀ। ਸੋ ਪਿਆਰੇ ਬੱਚਿਓ, ਇਹ ਪ੍ਰਭੂ ਯਿਸੂ ਮਸੀਹ ਦੇ ਇਸ ਤਮਸੀਲ ਨੂੰ ਅਸੀਂ ਵੀ ਚੰਗੀ ਤਰ੍ਹਾਂ ਜਾਣੀਏ। ਹਮੇਸ਼ਾ ਸਾਡੇ ਪ੍ਰਭੂ ਸਾਡੇ ਤਲਾਸ਼ ਦੇ ਵਿੱਚ ਹੈ। ਤਲਾਸ਼ ਜਿਸ ਤਰ੍ਹਾਂ ਪੁਲਿਸ ਵਗੈਰਾ ਕਰਦੇ ਇਸੇ ਤਰ੍ਹਾਂ ਦਾ ਨਹੀਂ, ਸਗੋਂ ਪ੍ਰਭੂ ਯਿਸੂ ਮਸੀਹ ਸਾਡੇ ਤਲਾਸ਼ ਕਰਦਾ ਹੈ ਕਿ ਮੇਰੀ ਬੇਟੀ ਜਾਂ ਮੇਰਾ ਬੇਟਾ ਕਿੱਥੇ ਗਵਾਚ ਗਏ, ਉਹਨਾਂ ਨੂੰ ਮੈਂ ਇੱਕ ਨਵਾਂ ਜੀਵਨ ਦੇਣਾ। ਨਵਾਂ ਜੀਵਨ ਲੈਣ ਲਈ ਅਸੀਂ ਵੀ ਸੱਚਾ ਤੌਬਾ ਕਰਨਾ ਜ਼ਰੂਰੀ ਹੈ। ਹੁਣ ਅਸੀਂ ਵੇਖਾਂਗੇ ਚੌਥਾ ਟੌਪਿਕ, ਪਾਪਣ ਔਰਤ ਨੂੰ ਮਾਫ ਕੀਤਾ ਜਾਣਾ। ਸੰਤ ਲੂਕਾ ਦੀ ਅੰਜੀਲ ਉਸ ਦਾ 7 ਬਾਬ ਦੇ 36 ਆਇਤ ਤੋਂ 50 ਆਇਤ ਤੱਕ ਅਸੀਂ ਵੇਖਦੇ ਹਾਂ, ਇੱਕ ਪਾਪਣ ਔਰਤ ਇੱਕ ਘਰ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਇੱਕ ਫਰੀਸੀ ਵਿੱਚੋਂ ਇੱਕ ਨੇ ਪ੍ਰਭੂ ਯਿਸੂ ਨੂੰ ਆਪਣੇ ਨਾਲ ਭੋਜਨ ਕਰਨ ਲਈ ਸੱਦਿਆ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਬੈਠਿਆ ਪ੍ਰਭੂ ਯਿਸੂ ਮਸੀਹ ਕੋਲ ਇੱਕ ਪਾਪਣ ਔਰਤ ਪਹੁੰਚਦੀ ਹੈ ਅਤੇ ਉਹ ਔਰਤ ਆਪਣੇ ਨਾਲ ਸੰਗਮਰਮਰ ਦੇ ਭਾਂਡੇ ਵਿੱਚ ਖੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਉਹ ਰੋਂਦੀ ਹੋਈ ਉਸ ਦੇ ਪਿੱਛੇ ਉਸ ਦੇ ਪੈਰਾਂ ਲਾਗੇ ਖਲੋ ਗਈ ਅਤੇ ਆਪਣੇ ਅਥਰੂਆਂ ਨਾਲ ਉਸ ਦੇ ਪੈਰਾਂ ਨੂੰ ਭਿਉਂ ਦਿੱਤਾ। ਕਹਿਣ ਦਾ ਭਾਵ ਇਹੀ ਹੈ ਕਿ ਉਸ ਔਰਤ ਨੇ ਪਾਪਣ ਔਰਤ ਪ੍ਰਭੂ ਯਿਸੂ ਮਸੀਹ ਦੇ ਹਜ਼ੂਰੀ ਦੇ ਵਿੱਚ ਆਈ। ਇਹ ਵੀ ਸਭ ਤੋਂ ਵੱਡੀ ਗੱਲ ਹੈ। ਉਹਨਾਂ ਨੇ ਪ੍ਰਭੂ ਯਿਸੂ ਮਸੀਹ ਕੋਲ ਆਪਣੇ ਗੁਨਾਹਾਂ ਨੂੰ ਲੈ ਕੇ ਆਈ, ਆਪਣੀ ਜ਼ਿੰਦਗੀ ਨੂੰ ਬਦਲਣ ਲਈ ਪ੍ਰਭੂ ਯਿਸੂ ਮਸੀਹ ਕੋਲ ਆਈ ਅਤੇ ਉੱਥੇ ਪਹੁੰਚ ਕੇ ਉਹਨਾਂ ਦੇ ਆਂਸੂਆਂ ਦੇ ਨਾਲ, ਅਥਰੂਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਪੈਰ ਧੋ ਲਿਆ
ਪੈਰ ਧੋ ਕੇ ਉਹਨਾਂ ਦੇ ਵਾਲ ਦੇ ਨਾਲ ਸਾਫ਼ ਕੀਤੇ। ਜੋ ਵੀ ਅਤਰ ਹੈ ਉਸ ਅਤਰ ਲਾ ਕੇ ਉਹ ਖੁਸ਼ਬੂ ਦੇ ਨਾਲ ਉਹਨਾਂ ਦੇ ਪੈਰ ਮਲਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਬਦਲ ਦਿੱਤੀ। ਇਹ ਫਰੀਸੀ ਆਦਮੀ ਉਹਨਾਂ ਦੇ ਰੀਤ ਰਿਵਾਜ ਦੇ ਮੁਤਾਬਿਕ ਸਭ ਤੋਂ ਪਹਿਲਾਂ ਇਹ ਸਭ ਕੁਝ ਕਰਨਾ ਚਾਹੀਦਾ ਸੀ, ਲੇਕਿਨ ਉਹਨਾਂ ਨੇ ਨਹੀਂ ਕੀਤਾ। ਲੇਕਿਨ ਇਸ ਪਾਪਣ ਔਰਤ ਨੇ ਕੀਤਾ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ। ਅੱਜ ਸਾਨੂੰ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਤੁਹਾਡੇ ਮੇਰਾ ਵੀ ਹਰ ਇੱਕ ਪਾਪ ਨੂੰ, ਹਰ ਇੱਕ ਗੁਨਾਹ ਨੂੰ ਉਹਨਾਂ ਦੇ ਮੋਢੇ ਤੇ ਰੱਖਣ ਲਈ ਪ੍ਰਭੂ ਯਿਸੂ ਮਸੀਹ ਆਇਆ। ਉਹਨਾਂ ਦੇ ਮਾਫੀ ਅਸੀਂ ਸਮਝਣਾ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਨੇ ਕਿ ਦਇਆਵਾਨ ਹੈ, ਇੰਨੇ ਕਿ ਦਇਆਲੂ ਹੈ। ਸੋ ਆइए ਅਸੀਂ ਪ੍ਰਭੂ ਯਿਸੂ ਦੀ ਇਸ ਮਾਫੀ ਨੂੰ ਚੰਗੀ ਤਰ੍ਹਾਂ ਜਾਣੀਏ, ਅਨੁਭਵ ਕਰੀਏ। ਹੁਣ ਅਸੀਂ ਲਾਸਟ ਟੌਪਿਕ ਵੇਖਾਂਗੇ, ਵਿਭਚਾਰ ਕਰਦੀ ਫੜੀ ਗਈ ਔਰਤ। ਇਹ ਵੀ ਕਾਫੀ ਵਾਰੀ ਤੁਸੀਂ ਸ਼ਾਇਦ ਪਵਿੱਤਰ ਅੰਜੀਲ ਦੇ ਵਿੱਚ ਪੜ੍ਹਿਆ ਹੋਵੇਗਾ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 8 ਬਾਬ ਦੇ ਪਹਿਲਾ ਆਇਤ ਤੋਂ 11 ਆਇਤ ਤੱਕ ਅਸੀਂ ਇਹੀ ਘਟਨਾ ਦੇ ਬਾਰੇ ਪੜਾਂਗੇ, ਜਿੱਥੇ ਇੱਕ ਪਾਪੀ ਔਰਤ ਯਾਨੀ ਜੋ ਵਿਭਚਾਰ ਕੀਤਾ, ਉਹਨਾਂ ਨੂੰ ਲੈ ਕੇ ਕੁਝ ਲੋਕ ਪ੍ਰਭੂ ਯਿਸੂ ਕੋਲ ਜਾਂਦੇ ਹਨ। ਰੀਤੀ ਰਿਵਾਜ ਦੇ ਮੁਤਾਬਿਕ ਜੋ ਵਿਭਚਾਰ ਦੇ ਵਿੱਚ ਫੜਿਆ ਗਏ ਲੋਕਾਂ ਨੂੰ ਪਥਰਾਵ ਕਰਨਾ ਜ਼ਰੂਰੀ ਸੀ, ਉਹਨਾਂ ਦਾ ਕਾਨੂੰਨ ਇਹੀ ਸੀ। ਅਤੇ ਉਸ ਦੇ ਮੁਤਾਬਿਕ ਪ੍ਰਭੂ ਯਿਸੂ ਮਸੀਹ ਕੋਲ ਇਸ ਔਰਤ ਨੂੰ ਲੈ ਕੇ ਲੋਕ ਪਹੁੰਚੇ ਅਤੇ ਜਦੋਂ ਉਹਨਾਂ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਕੋਲ ਪਹੁੰਚੇ, ਪੱਥਰ ਮਾਰਨ ਤੋਂ ਪਹਿਲਾਂ ਇਹਨਾਂ ਨੇ ਜੋ ਮੂਸਾ ਨਬੀ ਦੇ ਸਿੱਖਿਆ ਹੈ, ਕਾਨੂੰਨ ਹੈ, ਉਹ ਸਭ ਕੁਝ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਦੱਸ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਕੋਈ ਗੱਲ ਨਹੀਂ ਕੀਤੀ। ਉਸ ਸਮਾਂ ਉਹ ਥੱਲੇ ਵੇਖਦੇ ਰਹੇ, ਕੁਝ ਲਿਖਦੇ ਰਹੇ, ਜ਼ਮੀਨ ਤੇ ਕੁਝ ਲਿਖਦੇ ਰਹੇ। ਲੇਕਿਨ ਫਿਰ ਅਸੀਂ ਵੇਖਦੇ ਹਾਂ ਦੁਬਾਰਾ ਇਹਨਾਂ ਨੇ ਇਹ ਗੱਲ ਕਹੀ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਲੋਕਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚ ਜੋ ਗੁਨਾਹਗਾਰ ਨਹੀਂ ਹੈ, ਜੋ ਅਜੇ ਤੱਕ ਕੋਈ ਵੀ ਗੁਨਾਹ ਨਹੀਂ ਕੀਤੇ, ਉਹ ਸਭ ਤੋਂ ਪਹਿਲਾਂ ਇਸ ਔਰਤ ਨੂੰ ਪੱਥਰ ਮਾਰੋ। ਦੇਖੋ ਕਿੰਨੀ ਕਿ ਵੱਡੀ ਗੱਲ ਪ੍ਰਭੂ ਯਿਸੂ ਮਸੀਹ ਨੇ ਕਹੀ। ਉਹਨਾਂ ਸਾਰੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਇਹ ਇੱਕ ਸਿੱਖਿਆ ਦਿੰਦਾ ਹੈ, ਜੇਕਰ ਤੁਸੀਂ ਸੰਤ ਹੋ, ਸੰਤ ਨਹੀਂ ਹੋ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੱਥਰ ਮਾਰੋ। ਉਹਨਾਂ ਨੇ ਪੱਥਰ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ, ਇਹੀ ਲਿਖਿਆ। ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਇਸ ਔਰਤ ਨੂੰ ਪ੍ਰਭੂ ਯਿਸੂ ਮਸੀਹ ਇੱਕ ਸਵਾਲ ਪੁੱਛਦਾ ਹੈ, ਬੀਬੀ ਉਹ ਸਾਰੇ ਕਿੱਥੇ ਹਨ? ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਉਸਨੇ ਕਿਹਾ, ਕਿਸੇ ਨੇ ਨਹੀਂ ਪ੍ਰਭੂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜਾ ਅਤੇ ਫਿਰ ਪਾਪ ਨਾ ਕਰੀ। ਮੌਕਾ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਆ ਗੁਨਾਹ ਕਰਨ ਲਈ, ਲੇਕਿਨ ਗੁਨਾਹ ਕਰਨ ਤੋਂ ਬਾਅਦ ਇੱਕ ਵਾਰੀ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਦਿੰਦੇ ਹਾਂ। ਸੋ ਪ੍ਰਭੂ ਯਿਸੂ ਮਸੀਹ ਵੀ ਸਾਨੂੰ ਕਹਿੰਦਾ ਹੈ, ਜਾ ਅੱਗੇ ਕੋਈ ਗੁਨਾਹ ਨਾ ਕਰੀ। ਪਿਆਰੇ ਬੱਚਿਓ, ਇਸ ਪਾਪਣ ਔਰਤ ਤੋਂ ਜੋ ਵਿਭਚਾਰ ਦੇ ਜੋ ਗੁਨਾਹ ਦੇ ਗੁਲਾਮੀ ਤੋਂ ਇਹਨਾਂ ਨੂੰ ਰਿਹਾ ਮਿਲੀ, ਇਹਨਾਂ ਨੂੰ ਆਜ਼ਾਦੀ ਮਿਲੀ, ਉਹਨਾਂ ਨੂੰ ਮਾਫੀ ਮਿਲੀ। ਉਸੇ ਤਰ੍ਹਾਂ ਅੱਜ ਪ੍ਰਭੂ ਯਿਸੂ ਮਸੀਹ ਮੈਨੂੰ ਵੀ ਕਹਿੰਦਾ ਹੈ, ਤੁਹਾਨੂੰ ਵੀ ਕਹਿੰਦਾ ਹੈ ਕਿ ਤੁਸੀਂ ਤੁਹਾਡੀ ਜ਼ਿੰਦਗੀ ਨੂੰ ਬਦਲ ਦਿਓ, ਆਪਣੇ ਗੁਨਾਹਾਂ ਦੇ ਉੱਤੇ ਸੱਚਾ ਤੌਬਾ ਕਰੋ ਤੇ ਆਪਣੇ ਗੁਨਾਹ ਦੇ ਵਿੱਚ ਹੁਣ ਅੱਗੇ ਕਦੀ ਵੀ ਨਹੀਂ ਡਿੱਗਣਾ ਚਾਹੀਦਾ, ਕਦੀ ਵੀ ਕੋਈ ਵੀ ਤਰ੍ਹਾਂ ਦੇ ਗੁਨਾਹ ਨਾ ਕਰੋ। ਇਸ ਦੇ ਲਈ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਸੱਚਾ ਕੈਥੋਲਿਕ ਹੋ ਕੇ ਮੇਰਾ ਵੀ ਤੁਹਾਡਾ ਵੀ ਫਰਜ਼ ਹੈ ਕਿ ਅਸੀਂ ਇਤਰਾਫ ਕਰਨਾ, ਇਤਰਾਫ ਦਾ ਸਾਕਰਮੈਂਟ ਲਗਾਤਾਰ ਸਵੀਕਾਰ ਕਰਨਾ ਤੇ ਆਪਣੀ ਜ਼ਿੰਦਗੀ ਨੂੰ ਬਦਲਣੀ ਹੈ। ਸੋ ਇਹਨਾਂ 5 ਟੌਪਿਕ ਦੇ ਬਾਰੇ ਹੁਣ ਅਸੀਂ ਪੜ੍ਹਿਆ ਹੈ। ਹੁਣ ਅਸੀਂ ਸਵਾਲ ਜਵਾਬ ਵੱਲ ਜਾਵਾਂਗੇ। ਅੱਜ ਦਾ ਪਹਿਲਾ ਸਵਾਲ ਇਹੀ ਹੈ, ਉਜਾੜ ਪੁੱਤਰ ਨੇ ਆਪਣੇ ਪਾਪਾਂ ਦੇ ਪਛਤਾਵੇ ਲਈ ਕੀ ਫੈਸਲਾ ਕੀਤਾ? ਇਹਦੇ ਵਿੱਚ ਅਸੀਂ ਵੇਖਦੇ ਹਾਂ, ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਰੋਟੀ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। ਮੈਂ ਉਠਾਂਗਾ ਅਤੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਸੁਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਅਖਵਾਉਣ ਦੇ ਯੋਗ ਨਹੀਂ ਰਿਹਾ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਵੋ। ਇਹ ਸੋਚ ਦੇ ਨਾਲ ਉਹ ਆਪਣੀ ਜ਼ਿੰਦਗੀ ਬਦਲ ਦਿੱਤੀ ਤੇ ਆਪਣੇ ਪਿਤਾ ਕੋਲ ਚਲੇ ਜਾਂਦਾ ਹੈ ਅਤੇ ਉਹਨਾਂ ਨੂੰ ਵਾਪਸ ਸਵੀਕਾਰ ਕਰਦਾ ਹੈ ਉਹਨਾਂ ਦੇ ਪਿਤਾ ਨੇ। ਸੋ ਇਹ ਪਹਿਲੇ ਸਵਾਲ ਦਾ ਜਵਾਬ ਹੈ। ਦੂਸਰਾ ਸਵਾਲ ਇਹੀ ਹੈ, ਉਜਾੜ ਪੁੱਤਰ ਦੀ ਤਮਸੀਲ ਦੁਆਰਾ
ਪ੍ਰਭੂ ਯਿਸੂ ਨੇ ਕੀ ਪ੍ਰਗਟ ਕੀਤਾ। ਉਜਾੜ ਪੁੱਤਰ ਦੇ ਇਸ ਤਮਸੀਲ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਨੇ ਖੁਦਾ ਦੀ ਮਹਿਮਾ ਪ੍ਰਗਟ ਕੀਤੀ ਹੈ। ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਉਹ ਮਾਫੀ ਦੇ ਬਾਰੇ ਸਾਨੂੰ ਸਿੱਖਿਆ ਦਿੰਦਾ ਹੈ। ਇਹਦੇ ਵਿੱਚ ਲਿਖਿਆ, ਉਜਾੜ ਪੁੱਤਰ ਦੀ ਕਹਾਣੀ ਦੇ ਦੁਆਰਾ ਪ੍ਰਭੂ ਯਿਸੂ ਨੇ ਉਦਾਹਰਣ ਦਿੱਤੀ, ਜਿਹੜੇ ਪਾਪੀ ਆਪਣੇ ਪਾਪ ਦਾ ਪਛਤਾਵਾ ਕਰਦੇ ਹਨ ਉਹਨਾਂ ਦੇ ਲਈ ਖੁਦਾ ਦੀ ਦਇਆ ਅਸੀਮਤ ਹੁੰਦੀ ਹੈ। ਯਿਸੂ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਮਹਾਨ ਪਿਆਰ ਨੂੰ ਦਰਸਾਇਆ ਜੋ ਸਬਰ ਨਾਲ ਪਾਪੀਆਂ ਦੇ ਮੁੜ ਵਾਪਸ ਆਉਣ ਦਾ ਸਬਰ ਨਾਲ ਇੰਤਜ਼ਾਰ ਕਰਦਾ ਹੈ ਅਤੇ ਜੋ ਪਛਤਾਉਂਦੇ ਹਨ ਉਹਨਾਂ ਲਈ ਦਇਆਵਾਨ ਹੈ। ਇਹੀ ਹੈ ਇਸ ਤਮਸੀਲ ਤੋਂ ਜੋ ਪ੍ਰਭੂ ਯਿਸੂ ਮਸੀਹ ਸਾਨੂੰ ਸਿੱਖਿਆ ਦਿੰਦਾ। ਤੀਸਰਾ ਸਵਾਲ ਇਹੀ ਹੈ, ਗਵਾਚੀ ਭੇਡ ਦੀ ਤਮਸੀਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਗਵਾਚੀ ਭੇਡ ਦੀ ਤਮਸੀਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਫਰੀਸੀ ਅਤੇ ਮਸੂਲੀਆਂ ਦੇ ਉਦਾਹਰਣ ਵਜੋਂ ਪੇਸ਼ ਕੀਤੀ ਇਸ ਰੂਪ ਕਥਾ ਤੋਂ ਜੋ ਉਸਨੇ ਪਾਪੀਆਂ ਅਤੇ ਮਸੂਲੀਆਂ ਨਾਲ ਸੰਬੰਧਿਤ ਹੋਣਾ ਦਾ ਦੋਸ਼ ਲਗਾਉਂਦੇ ਸਨ, ਇਸ ਦੇ ਦੁਆਰਾ ਉਸਨੇ ਇਹ ਵੀ ਦਰਸਾਇਆ ਕਿ ਸਵਰਗ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੋਵੇਗੀ ਉਸ ਪਾਪੀ ਅਤੇ ਜੋ ਪਛਤਾਉਂਦਾ ਹੈ। ਤੇ ਸਵਰਗ ਦੇ ਵਿੱਚ ਜੋ ਖੁਸ਼ੀ ਹੁੰਦੀ ਹੈ ਆਪਣੇ ਪਛਤਾਵੇ ਦੇ ਰਾਹੀਂ, ਆਪਣੇ ਸੱਚਾ ਤੌਬਾ ਦੇ ਰਾਹੀਂ, ਉਸ ਦੇ ਬਾਰੇ ਇਸ ਰੂਪ ਕਥਾ ਦੇ ਰਾਹੀਂ, ਇਸ ਤਮਸੀਲ ਦੇ ਰਾਹੀਂ ਸਾਨੂੰ ਸਿੱਖਿਆ ਮਿਲਦੀ ਹੈ। ਅਗਲਾ ਸਵਾਲ ਇਹੀ ਹੈ, ਪਾਪਣ ਔਰਤ ਦੇ ਸਾਰੇ ਪਾਪ ਕਿਉਂ ਮਾਫ ਹੋ ਗਏ? ਕਿਉਂ ਮਾਫ ਹੋ ਗਏ? ਕਿਉਂਕਿ ਉਹ ਸੱਚਾ ਤੌਬਾ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਸੇਵਾ ਕੀਤੀ, ਪ੍ਰਭੂ ਯਿਸੂ ਮਸੀਹ ਦੇ ਪੈਰ ਧੋਲੇ ਆਪਣੇ ਅਥਰੂਆਂ ਦੇ ਨਾਲ, ਅਤੇ ਆਖਿਰ ਵਿੱਚ ਉਹ ਉਹਨਾਂ ਦੇ ਸੰਗਮਰਮਰ ਦੇ ਭਾਂਡੇ ਵਿੱਚ ਜੋ ਖੁਸ਼ਬੂਦਾਰ ਤੇਲ ਲੈ ਕੇ ਉਹਨਾਂ ਦੇ ਪੈਰ ਤੇ ਮਲਿਆ। ਉਹ ਸਾਰੇ ਕੰਮਾਂ ਨੂੰ ਵੇਖ ਕੇ ਪ੍ਰਭੂ ਯਿਸੂ ਮਸੀਹ ਨੇ ਵੇਖਿਆ ਅਤੇ ਉਹਨਾਂ ਨੂੰ ਮਾਫੀ ਮਿਲੀ ਹੈ। ਹੁਣ ਅਸੀਂ ਵੇਖਦੇ ਹਾਂ ਆਖਰੀ ਸਵਾਲ, ਵਿਭਚਾਰ ਕਰਦੀ ਫੜੀ ਗਈ ਔਰਤ ਨੂੰ ਪ੍ਰਭੂ ਯਿਸੂ ਨੇ ਕੀ ਕਿਹਾ? ਪ੍ਰਭੂ ਯਿਸੂ ਨੇ ਇਹ ਕਿਹਾ, ਬੀਬੀ ਉਹ ਸਾਰੇ ਕਿੱਥੇ ਹਨ ਕਿ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਉਸਨੇ ਕਿਹਾ, ਕਿਸੇ ਨੇ ਹੀ ਪ੍ਰਭੂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜਾ ਅਤੇ ਫਿਰ ਪਾਪ ਨਾ ਕਰੀ। ਸੋ ਪਿਆਰੇ ਬੱਚਿਓ, ਅੱਜ ਦਾ ਇਸ ਅਧਿਆਇ ਨੂੰ ਅਸੀਂ ਬੜੇ ਵਧੀਆ ਢੰਗ ਦੇ ਨਾਲ ਸੁਣਿਆ, ਧਿਆਨ ਨਾਲ ਪੜ੍ਹਿਆ। ਹੁਣ ਇਸ ਦੇ ਬਾਰੇ ਤੁਸੀਂ ਵੀ ਇਸ ਅਧਿਆਇ ਨੂੰ ਦੁਬਾਰਾ ਪੜ੍ਹੋ ਅਤੇ ਆਪਣੇ ਪੜ੍ਹਾਈ ਦੇ ਵਿੱਚ, ਤਾਲੀਮ ਦੇ ਵਿੱਚ ਹੋਰ ਵੀ ਅੱਗੇ ਵਧੋ, ਤਾਂ ਕਿ ਤੁਹਾਡੇ ਈਮਾਨ ਮਜ਼ਬੂਤ ਹੋ ਜਾਵੇ ਅਤੇ ਪ੍ਰਭੂ ਯਿਸੂ ਦੀ ਮਾਫੀ, ਦਇਆ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਪ੍ਰਦਾਨ ਕਰੇ। ਖੁਦਾ ਤੁਹਾਨੂੰ